ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੇਲ USA TV ਤੇ ਮੈਂ ਸੁਰਪ੍ਰੀਤ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ਾਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਵੀਜ਼ਾ ਫ੍ਰੀ ਹੋਇਆ ਅਮਰੀਕਾ, 90 ਦਿਨ ਰਹਿ ਸਕਣਗੇ 41 ਦੇਸ਼ਾਂ ਦੇ ਨਾਗਰਿਕ। ਟਰੰਪ ਨੇ ਤੀਜੇ ਕਾਰਜਕਾਲ ਦੇ ਲਈ ਵੇਚਣੀ ਸ਼ੁਰੂ ਕੀਤੀ ਲਾਲ ਟੋਪੀ। ਅਮਰੀਕਾ ਦਾ ਭਾਰਤ ਨੂੰ ਸਮਰਥਨ, ਕਿਹਾ ਅੱਤਵਾਦੀਆਂ ਨੂੰ ਫੜਨ 'ਚ ਕਰਾਂਗੇ ਮਦਦ। ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ। ਭਾਰਤ ਪਾਕ ਆਪਸੀ ਤਣਾਅ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੁਲਝਾ ਲੈਣਗੇ, ਡੋਨਲਡ ਟਰੰਪ ਦਾ ਆਇਆ ਬਿਆਨ। ਸਾਊਦੀ ਅਰਬ 'ਚ ਨਕਲੀ ਪਾਕਿਸਤਾਨੀ ਪਾਸਪੋਰਟਾਂ ਨਾਲ ਫੜੇ ਗਏ 12,000 ਅਫਗਾਨ ਨਾਗਰਿਕ। ਹੁਣ ਇਹਨਾਂ ਖਬਰਾਂ ਦਾ ਵਿਸਤਾਰ, ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਵੀਜ਼ਾ ਚੋਰ ਪ੍ਰੋਗਰਾਮ ਯਾਨੀ ਕਿ VWP ਤਹਿਤ ਹੁਣ 41 ਦੇਸ਼ਾਂ ਨੂੰ ਬਿਨਾਂ ਵੀਜ਼ਾ ਦੇ 90 ਦਿਨਾਂ ਦੀ ਲਈ ਅਮਰੀਕਾ ਵਿੱਚ ਐਂਟਰੀ ਦੀ ਇਜਾਜ਼ਤ ਹੈ। VWP ਵਿੱਚ ਮੱਧ ਪੂਰਬ, ਏਸ਼ੀਆ ਪ੍ਰਸ਼ਾਂਤ ਅਤੇ ਯੂਰਪ ਦੇ ਦੇਸ਼ ਸ਼ਾਮਲ ਹਨ, ਜਿਸ ਵਿੱਚ ਯੂਨਾਈਟਿਡ ਕਿੰਗਡਮ, ਅੰਡੋਰਾ, ਆਸਟ੍ਰੇਲੀਆ, ਆਸਟਰੀਆ, ਬੈਲਜੀਅਮ, ਚਿਲੀ, ਕਰੋਸ਼ੀਆ, ਚੈਕ ਗਣਰਾਜ, ਡੈਨਮਾਰਕ, एस्टोनिया, फिनलैंड, फ्रांस, जर्मनी, ग्रीस, हंगरी, आइसलैंड, इजराइल, आयरलैंड, इटली, जापान, लातविया, लिथुआनिया, लुक्समबर्ग, माल्टा, मोनाको, नीदरलैंड, न्यूजीलैंड, नार्वे, पोलैंड, पुर्तगाल, कतर, कोरिया गणराज, रोमानिया, सैन मारिनो, सिंगापुर, स्लोवेनिया, स्पेन, स्वीडन, स्विट्जरलैंड ਅਤੇ ਤਾਈਵਾਨ ਵਰਗੇ ਦੇਸ਼ਾਂ ਦੇ ਨਾਗਰਿਕ ਹੁਣ ਸਿਰਫ 90 ਦਿਨਾਂ ਲਈ ਵੀਜ਼ਾ ਤੋਂ ਬਿਨਾਂ ਅਮਰੀਕਾ ਵਿੱਚ ਦਾਖਲ ਹੋ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਸੂਚੀ ਵਿੱਚ ਭਾਰਤ ਦਾ ਨਾਮ ਸ਼ਾਮਲ ਨਹੀਂ ਹੈ। ਭਾਰਤ VWP ਮੈਂਬਰ ਨਹੀਂ ਹੈ। ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦੇ ਵੀਜ਼ੇ ਲਈ ਆਮ ਪ੍ਰਕਿਰਿਆ ਰਾਹੀਂ ਅਪਲਾਈ ਕਰਨਾ ਪਵੇਗਾ। VWP ਉੱਪਰ ਦੱਸੇ ਗਏ ਦੇਸ਼ਾਂ ਦੇ ਜ਼ਿਆਦਾਤਰ ਨਾਗਰਿਕਾਂ ਜਾਂ ਨਾਗਰਿਕਾਂ ਨੂੰ ਵੀਜ਼ਾ ਪ੍ਰਾਪਤ ਕਰਨ ਜਾਂ ਅਰਜ਼ੀ ਦੇਣ ਤੋਂ ਬਿਨਾਂ 90 ਦਿਨਾਂ ਜਾਂ ਘੱਟ ਸਮੇਂ ਲਈ ਸੈਰ ਸਪਾਟਾ ਜਾਂ ਕਾਰੋਬਾਰ ਲਈ ਅਮਰੀਕਾ ਦੀ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ। ਅਮਰੀਕਾ ਦੀ ਯਾਤਰਾ ਕਰਨ ਤੋਂ ਪਹਿਲਾਂ ਯਾਤਰੀਆਂ ਦੇ ਕੋਲ ਇੱਕ ਵੈਧ ਇਲੈਕਟ੍ਰੋਨਿਕ ਸਿਸਟਮ ਫॉर ਟਰੈਵਲ ਆਥੋਰਾਈਜ਼ੇਸ਼ਨਸ ਪ੍ਰਵਾਨਗੀ ਹੋਣੀ ਚਾਹੀਦੀ ਹੈ। ਜੇਕਰ ਫਿਰ ਵੀ ਕੋਈ ਆਪਣੇ ਪਾਸਪੋਰਟ ਵਿੱਚ ਵੀਜ਼ਾ ਰੱਖਣਾ ਪਸੰਦ ਕਰਦਾ ਹੈ ਤਾਂ ਉਹ ਅਜੇ ਵੀ ਵਿਜ਼ਿਟਰ ਯਾਨੀ B1 ਜਾਂ B2 ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ। ਸੋ ਹੋਰ ਵੀ ਬਹੁਤ ਸਾਰੀ ਜ਼ਰੂਰਤਾਂ ਨੇ ਜਿਸ ਨੂੰ ਪੂਰਾ ਕਰਨਾ ਪਏਗਾ, ਜਿਵੇਂ ਕਿ VWP ਅਤੇ ਅੱਤਵਾਦੀ ਯਾਤਰਾ ਰੋਕਥਾਮ ਐਕਟ 2015 ਦੇ ਤਹਿਤ ਇਨ੍ਹਾਂ ਸ਼੍ਰੇਣੀਆਂ ਦੇ ਯਾਤਰੀਆਂ ਨੂੰ ਅਮਰੀਕਾ ਦੀ ਯਾਤਰਾ ਕਰਨ ਤੋਂ ਪਹਿਲਾਂ ਵੀਜ਼ਾ ਪ੍ਰਾਪਤ ਕਰਨਾ ਅਤੇ ਅਰਜ਼ੀ ਦੇਣਾ ਚਾਹੀਦੀ ਹੈ। VWP ਦੇਸ਼ਾਂ ਦੇ ਨਾਗਰਿਕ ਜੋ 1 ਮਾਰਚ 2011 ਨੂੰ ਜਾਂ ਉਸ ਤੋਂ ਬਾਅਦ ਡੈਮੋਕ੍ਰੈਟਿਕ ਪੀਪਲਸ ਰਿਪਬਲਿਕ ਆਫ ਕੋਰੀਆ, ਈਰਾਨ, ਇਰਾਕ, ਲੀਬੀਆ, ਸੋਮਾਲੀਆ, ਸੁਡਾਨ, ਸੀਰੀਆ ਜਾਂ ਯਮਨ ਗਏ ਹਨ ਜਾਂ ਉੱਥੇ ਮੌਜੂਦ ਰਹੇ ਹਨ। VWP ਦੇਸ਼ਾਂ ਦੇ ਨਾਗਰਿਕ ਜੋ 12 ਜਨਵਰੀ 2021 ਨੂੰ ਜਾਂ ਉਸ ਤੋਂ ਬਾਅਦ ਕਿਊਬਾ ਗਏ ਹਨ ਜਾਂ ਉੱਥੇ ਮੌਜੂਦ ਰਹੇ ਹਨ, ਇਹਨਾਂ ਸਾਰਿਆਂ ਨੂੰ ਇਸ ਲਈ ਅਪਲਾਈ ਕਰਨਾ ਪਏਗਾ। ਸੋ VWP ਦੇਸ਼ਾਂ ਦੇ ਨਾਗਰਿਕ ਜੋ ਕਿਊਬਾ, ਡੈਮੋਕ੍ਰੈਟਿਕ ਪੀਪਲਸ ਰਿਪਬਲਿਕ ਆਫ ਕੋਰੀਆ, ਈਰਾਨ, ਇਰਾਕ, ਸੁਡਾਨ ਜਾਂ ਸੀਰੀਆ ਦੇ ਕਾਨੂੰਨੀ ਨਾਗਰਿਕ ਵੀ ਹਨ। ਸੋ ਬਿਨਾਂ ਵੀਜ਼ਾ ਦੇ ਅਮਰੀਕਾ ਦੀ ਯਾਤਰਾ ਕਰਨ ਲਈ VWP ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ। ਯਾਤਰੀਆਂ ਦੇ ਕੋਲ ਇੱਕ ਵੈਧ ESTA ਹੋਣਾ ਚਾਹੀਦਾ ਹੈ। ਇੱਕ ਇਲੈਕਟ੍ਰੋਨਿਕ ਸਿਸਟਮ ਫॉर ਟਰੈਵਲ ਆਥੋਰਾਈਜ਼ੇਸ਼ਨ ਇੱਕ ਵੈਬ ਆਧਾਰਿਤ ਸਿਸਟਮ ਹੈ ਜੋ US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੁਆਰਾ ਚਲਾਇਆ ਜਾਂਦਾ ਹੈ, ਜੋ VWP ਦੇ ਤਹਿਤ ਸੈਰ ਸਪਾਟਾ ਜਾਂ ਕਾਰੋਬਾਰ ਲਈ ਅਮਰੀਕਾ ਦੀ ਯਾਤਰਾ ਕਰਨ ਦੀ ਯੋਗਤਾ ਨਿਰਧਾਰਿਤ ਕਰਦਾ ਹੈ। ਜੇਕਰ ਕੋਈ ਵੀਜ਼ਾ ਤੋਂ ਬਿਨਾਂ ਅਮਰੀਕਾ ਦੀ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਸਿਰਫ ਇੱਕ ਵੈਧ ESTA ਪ੍ਰਵਾਨਗੀ ਦੇ ਨਾਲ ਹੀ ਅਜਿਹਾ ਸੰਭਵ ਹੈ। ਤੀਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ਸੁਪਨੇ ਦੇਖ ਰਹੇ ਡੋਨਲਡ ਟਰੰਪ ਵੱਲੋਂ 2028 ਦਾ ਪ੍ਰਚਾਰ ਹੁਣੇ ਤੋਂ ਆਰੰਭ ਕਰ ਦਿੱਤਾ ਗਿਆ। ਜੀ ਹਾਂ, ਟਰੰਪ ਸਟੋਰ ਦੇ ਵੱਲੋਂ 2028 ਦੀਆਂ ਟੋਪੀਆਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਤੋਂ ਭਵਿੱਖ ਦੇ ਮਨਸੂਬਿਆਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਲਾਲ ਰੰਗ ਦੀ ਟੋਪੀ ਦਾ ਮੁੱਲ $50 ਤੈਅ ਕਰਦਿਆਂ 22ਵੀਂ ਸੰਵਿਧਾਨਕ ਸੋਧ ਨਾਲ ਸੰਬੰਧਿਤ ਇੱਕ ਟਿੱਪਣੀ ਵੀ ਲਿਖੀ ਗਈ, ਪਰ ਇਸ ਨੂੰ ਜਲਦ ਹੀ ਹਟਾ ਦਿੱਤਾ ਗਿਆ। ਪਿਛਲੇ ਦਿਨੀ ਟਰੰਪ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਸੀ ਕਿ ਉਹ ਤੀਜੇ ਕਾਰਜਕਾਲ ਦਾ ਰਾਹ ਪੱਧਰਾ ਕਰਕੇ ਹੀ ਦਮ ਲੈਣਗੇ। ਫ੍ਰੈਂਕਲਿਨ ਦੇ ਲਗਾਤਾਰ 4 ਵਾਰ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਅਮਰੀਕਾ ਦੇ ਸੰਵਿਧਾਨ 'ਚ ਕੀਤੀ ਗਈ 22ਵੀਂ ਸੋਧ ਰਾਹੀਂ
ਪੱਕਾ ਕਰ ਦਿੱਤਾ ਗਿਆ ਕਿ ਕੋਈ ਵੀ ਆਗੂ 2 ਵਾਰ ਤੋਂ ਵੱਧ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ। ਉਧਰ ਟਰੰਪ ਦੀਆਂ ਟਿੱਪਣੀਆਂ ਵੱਡੀ ਅਹਿਮੀਅਤ ਰੱਖਦੀਆਂ ਹਨ ਕਿਉਂਕਿ ਉਹਨਾਂ ਨੇ 4 ਸਾਲ ਪਹਿਲਾਂ ਜੋ ਬਾਈਡਨ ਹੱਥੋਂ ਹੋਈ ਹਾਰ ਪ੍ਰਵਾਨ ਨਾ ਕਰਨੇ ਦੇ ਸੰਕੇਤ ਦਿੱਤੇ ਸਨ ਅਤੇ ਅਮਰੀਕਾ ਦੀ ਸੰਸਦ ਤੇ ਹਮਲਾ ਵੀ ਹੋਇਆ। ਟਰੰਪ ਵਿਰੁੱਧ ਪਹਿਲਾ ਮਹਾਦੋਸ਼ ਲਾਏ ਜਾਣ ਦੀ ਸੁਣਵਾਈ ਦੌਰਾਨ ਮੋਹਰੀ ਰੋਲ ਅਦਾ ਕਰਨ ਵਾਲੇ ਨਿਊਯਾਰਕ ਨਾਲ ਸੰਬੰਧਿਤ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਮੈਂਬਰ ਡੈਨੀਅਲ ਦਾ ਕਹਿਣਾ ਸੀ ਕਿ ਜੇ ਰਿਪਬਲਿਕਨ ਪਾਰਟੀ ਦੇ ਕਾਂਗਰਸ ਮੈਂਬਰ ਸੰਵਿਧਾਨ ਉੱਤੇ ਯਕੀਨ ਰੱਖਦੇ ਹਨ ਤਾਂ ਉਹ ਟਰੰਪ ਦੇ ਤੀਜੀ ਵਾਰ ਰਾਸ਼ਟਰਪਤੀ ਬਣਨ ਦਾ ਵਿਰੋਧ ਜ਼ਰੂਰ ਕਰਨਗੇ। ਬੋਸਟਨ ਦੀ ਨਾਰਥ ਈਸਟਰਨ ਯੂਨੀਵਰਸਿਟੀ ਵਿੱਚ ਸੰਵਿਧਾਨਕ ਕਾਨੂੰਨ ਦੇ ਪ੍ਰੋਫੈਸਰ ਦਾ ਕਹਿਣਾ ਸੀ ਕਿ ਤੀਜੇ ਕਾਰਜਕਾਲ ਦਾ ਕੋਈ ਕਾਨੂੰਨੀ ਆਧਾਰ ਮੌਜੂਦ ਨਹੀਂ ਹੈ। ਇਸ ਤੋਂ ਇਲਾਵਾ ਇੱਕ ਹੋਰ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਕਿਹਾ ਕਿ 1804 ਵਿੱਚ ਕੀਤੀ ਗਈ 12ਵੀਂ ਸੰਵਿਧਾਨਕ ਸੋਧ ਮੁਤਾਬਕ ਰਾਸ਼ਟਰਪਤੀ ਦੇ ਅਹੁਦੇ ਲਈ ਅਯੋਗ ਆਗੂ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਵਾਸਤੇ ਯੋਗ ਨਹੀਂ ਹੋ ਸਕਦੇ ਹਨ, ਜਿਸ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਟਰੰਪ 2028 ਦੀਆਂ ਚੋਣਾਂ ਵਿੱਚ ਉਪ ਰਾਸ਼ਟਰਪਤੀ ਦੀ ਚੋਣ ਵੀ ਨਹੀਂ ਲੜ ਸਕਦੇ, ਜਿਵੇਂ ਕਿ ਕੁਝ ਸਿਆਸੀ ਮਾਹਰਾਂ ਵੱਲੋਂ ਕਿਆਸ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਦਾਅਵਾ ਕੀਤਾ ਗਿਆ ਹੈ ਕਿ ਡੋਨਾਲਡ ਟਰੰਪ ਕੁਝ ਸਿਆਸੀ ਕਾਰਨਾਂ ਕਰਕੇ ਤੀਜੇ ਕਾਰਜਕਾਲ ਦਾ ਰਾਗ ਅਲਾਪ ਰਹੇ ਹਨ। ਇਨ੍ਹਾਂ ਸਾਰੇ ਦਾਅਵਿਆਂ ਦੇ ਉਲਟ ਟੈਨੈਂਸੀ ਤੋਂ ਰਿਪਬਲਿਕ ਪਾਰਟੀ ਦੇ ਸੰਸਦ ਮੈਂਬਰ ਐਂਡੀ ਓਗਲਸ ਵੱਲੋਂ ਇੱਕ ਤਜਵੀਜ਼ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਕੋਈ ਸ਼ਖਸ 3 ਵਾਰ ਤੋਂ ਵੱਧ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ ਅਤੇ ਲਗਾਤਾਰ 2 ਵਾਰ ਰਾਸ਼ਟਰਪਤੀ ਬਣਨ ਮਗਰੋਂ ਉਸ ਨੂੰ ਤੀਜਾ ਕਾਰਜਕਾਲ ਵੀ ਨਹੀਂ ਮਿਲ ਸਕਦਾ। ਇਸੇ ਪੰਬਲਪੋਸੀ ਦਰਮਿਆਨ ਟਰੰਪ ਦੀਆਂ ਲਾਲ ਟੋਪੀਆਂ ਵੀ ਬਾਜ਼ਾਰ ਵਿੱਚ ਪੁੱਜ ਚੁੱਕੀਆਂ ਹਨ। ਜੰਮੂ ਕਸ਼ਮੀਰ ਦੇ ਪਹਿਲਗਾਮ 'ਚ 22 ਅਪ੍ਰੈਲ ਨੂੰ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ। ਹਮਲੇ ਵਿੱਚ 26 ਹਿੰਦੂ ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਨੇ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਂਦੇ ਹੋਏ ਅੰਤਰਰਾਸ਼ਟਰੀ ਮੰਚ ਤੇ ਹਮਲਾ ਬੋਲ ਦਿੱਤਾ। ਹੁਣ ਅਮਰੀਕਾ ਵੀ ਖੁੱਲ੍ਹ ਕੇ ਭਾਰਤ ਦੇ ਹੱਕ ਵਿੱਚ ਆ ਗਿਆ ਹੈ। ਅਮਰੀਕਾ ਨੇ ਭਾਰਤ 'ਚ ਹੋਏ ਅੱਤਵਾਦੀ ਹਮਲੇ ਦੀ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ, ਨਾਲ ਹੀ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਉਹ ਭਾਰਤ ਦੇ ਨਾਲ ਖੜਾ ਹੈ। ਅਮਰੀਕੀ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਅਤੇ ਸਾਬਕਾ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਐਕਸ ਤੇ ਭਾਵੁਕ ਟਿੱਪਣੀ ਕਰਦੇ ਹੋਏ ਕਿਹਾ, ਅਸੀਂ ਭਾਰਤ ਦੇ ਨਾਲ ਇਕਜੁੱਟ ਹਾਂ। ਪਹਿਲਗਾਮ ਵਿੱਚ ਜੋ ਕੁਝ ਵੀ ਹੋਇਆ ਉਹ ਇੱਕ ਘਿਨੌਣਾ ਇਸਲਾਮੀ ਅੱਤਵਾਦੀ ਹਮਲਾ ਸੀ। ਅਮਰੀਕਾ ਇਨ੍ਹਾਂ ਅੱਤਵਾਦੀਆਂ ਨੂੰ ਪਛਾਣਨ ਅਤੇ ਫੜਨ ਵਿੱਚ ਭਾਰਤ ਦੀ ਹਰ ਤਰ੍ਹਾਂ ਦੀ ਮਦਦ ਕਰੇਗਾ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਲੋਕਾਂ ਨਾਲ ਹਮਦਰਦੀ ਜਤਾਈ ਅਤੇ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਘਾਟ ਉੱਤੇ ਲਿਆਉਣ ਦੀ ਗੱਲ ਵੀ ਕਹੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪਹਿਲਗਾਮ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਅਮਰੀਕਾ ਭਾਰਤ ਦੇ ਨਾਲ ਖੜਾ ਹੈ। ਅਸੀਂ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਨੂੰ ਪੂਰਾ ਸਮਰਥਨ ਦਿੰਦੇ ਹਾਂ। ਟਰੰਪ ਨੇ ਇਸ ਹਮਲੇ ਨੂੰ ਮਨੁੱਖਤਾ ਵਿਰੋਧੀ ਕਰੂਰਤਾ ਦੱਸਦੇ ਹੋਏ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ਤੇ ਵੀ ਗੱਲਬਾਤ ਕੀਤੀ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰਨ ਟੈਮੀ ਬਰੂਸ ਨੇ ਕਿਹਾ ਕਿ ਜਿਵੇਂ ਕਿ ਰਾਸ਼ਟਰਪਤੀ ਟਰੰਪ ਅਤੇ ਵਿਦੇਸ਼ ਮੰਤਰੀ ਰੂਬੀਓ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਅਮਰੀਕਾ ਭਾਰਤ ਦੇ ਨਾਲ ਹੈ ਅਤੇ ਅੱਤਵਾਦੀ ਹਰ ਕਾਰਵਾਈ ਦੀ ਨਿੰਦਾ ਕਰਦਾ ਹੈ। ਉਹਨਾਂ ਨੇ ਕਿਹਾ, ਅਸੀਂ ਇਸ ਵਿੱਚ ਹਮਲੇ 'ਚ ਜਾਨ ਗਵਾਉਣ ਵਾਲਿਆਂ ਲਈ ਪ੍ਰਾਰਥਨਾ ਕਰਦੇ ਹਾਂ, ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਇਸ ਘਿਨੌਣੇ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ। ਅਮਰੀਕਾ ਵੱਲੋਂ ਹਮਲੇ 'ਚ ਪਾਕਿਸਤਾਨ ਦੀ ਭੂਮਿਕਾ ਨੇ ਕੋਈ ਸਪਸ਼ਟ ਟਿੱਪਣੀ ਮੰਗੇ ਜਾਣ ਤੇ ਬੁਲਾਰਨ ਨੇ ਕਿਹਾ ਕਿ ਅਮਰੀਕਾ ਸਥਿਤੀ ਤੇ ਕਰੀਬੀ ਨਜ਼ਰ ਬਣਾਏ ਹੋਏ ਹੈ। ਬਰੂਸ ਨੇ ਕਿਹਾ, ਇਹ ਤੇਜ਼ੀ ਨਾਲ ਬਦਲਦੀ ਸਥਿਤੀ ਹੈ ਅਤੇ ਇਸ ਦੇ ਕਰੀਬੀ ਨਜ਼ਰ ਰੱਖੀ ਹੋਈ ਹੈ। ਸੋ ਉਹਨਾਂ ਨੇ ਵੀ ਕਿਹਾ ਕਿ ਅਸੀਂ ਇਸ ਸਮੇਂ ਜੰਮੂ ਕਸ਼ਮੀਰ ਦੀ ਸਥਿਤੀ ਤੇ ਕੋਈ ਅਧਿਕਾਰਤ ਰੁਖ ਨਹੀਂ ਲੈ ਰਹੇ। ਇੱਕ ਸਵਾਲ ਦੇ ਜਵਾਬ ਵਿੱਚ ਬਰੂਸ ਨੇ ਕਿਹਾ ਕਿ ਸਥਿਤੀ ਦੀ ਗੰਭੀਰਤਾ ਕਾਰਨ ਇਸ ਸਮੇਂ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ। ਗੌਰਤਲਬ ਹੈ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਵੱਡਾ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਵਿੱਚ 26 ਨਾਗਰਿਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਸੈਲਾਨੀ ਜੋ ਛੁੱਟੀਆਂ ਬਿਤਾਉਣ ਵਾਸਤੇ ਉੱਥੇ ਆਏ ਸਨ। ਸੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਇਸ ਖਬਰ ਦੇ ਨਾਲ ਬਹੁਤ ਦੁਖੀ ਹਨ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਇੱਕ 18 ਸਾਲਾਂ ਦੇ ਪੰਜਾਬੀ ਨੌਜਵਾਨ ਏਕਮ ਸਿੰਘ ਸਾਹਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਨਿਊਕਾਸਲ ਦੇ ਬਾਰ ਬੀਚ ਕਾਰ ਪਾਰਕ ਵਿੱਚ ਵਾਪਰੀ ਹੈ, ਜਿੱਥੇ ਝਗੜੇ ਤੋਂ ਬਾਅਦ ਕੁਝ ਨੌਜਵਾਨਾਂ ਨੇ ਉਸ ਤੇ ਗੋਲੀਆਂ ਚਲਾਈਆਂ। ਮੌਕੇ ਤੇ ਪੁੱਜੀ ਐਮਰਜੈਂਸੀ ਟੀਮ ਨੇ ਉਸ ਨੂੰ ਜ਼ਖਮੀ ਹਾਲਤ ਵਿੱਚ ਲੱਭਿਆ, ਪਰ ਉਸ ਦੀ ਜਾਨ ਬਚਾਈ ਨਹੀਂ ਜਾ ਸਕੀ। ਮ੍ਰਿਤਕ ਦੀ ਪਛਾਣ ਪਟਿਆਲਾ ਦੇ ਰਾਜਪੁਰਾ ਵਾਸੀ ਅਮਰਿੰਦਰ ਸਿੰਘ ਸਾਹਨੀ ਦੇ ਪੁੱਤਰ ਵਜੋਂ ਹੋਈ ਹੈ। ਪੁਲਿਸ ਦੇ ਅਨੁਸਾਰ ਘਟਨਾ ਦੇ ਸਮੇਂ ਕਾਰ ਪਾਰਕ ਵਿੱਚ ਕੁਝ ਲੋਕਾਂ ਵਿਚਕਾਰ ਝਗੜਾ ਹੋ ਰਿਹਾ ਸੀ। ਇਸ ਦੌਰਾਨ ਇੱਕ ਚੋਰੀ ਹੋਈ ਵਾਈਟ SUV ਕਾਰ ਆਈ, ਜਿਸ ਵਿੱਚੋਂ ਇੱਕ ਵਿਅਕਤੀ ਹਥਿਆਰ ਨਾਲ ਉਤਰਿਆ ਅਤੇ ਏਕਮ ਸਿੰਘ ਤੇ ਗੋਲੀਆਂ ਚਲਾਈਆਂ। ਗੋਲੀਆਂ ਮਾਰਨ ਵਾਲਾ ਵਿਅਕਤੀ ਫਿਰ ਕਾਰ ਵਿੱਚ ਬੈਠ ਕੇ ਭੱਜ ਗਿਆ।
ਬਾਅਦ ਵਿੱਚ ਇਹ ਵਾਹਨ ਚੰਗੀਰਾ ਹਾਈਟਸ ਦੇ ਨੇੜੇ ਜਲਿਆ ਹੋਇਆ ਮਿਲਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਝਗੜੇ ਨਾਲ ਸਿੱਧਾ ਸੰਬੰਧਿਤ ਨਹੀਂ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਗਨਮੈਨ ਦੀ ਖੋਜ ਸ਼ੁਰੂ ਕਰ ਦਿੱਤੀ ਸੀ ਅਤੇ ਸ਼ੁੱਕਰਵਾਰ ਨੂੰ 22 ਸਾਲਾਂ ਦੇ ਇੱਕ ਵਿਅਕਤੀ ਖੁਦ ਪੁਲਿਸ ਦੇ ਹਵਾਲੇ ਹੋ ਗਿਆ। ਉਸ ਉੱਤੇ ਮਾਮਲਾ ਦਰਜ ਕੀਤਾ ਜਾਵੇਗਾ। ਮ੍ਰਿਤਕ ਦੇ ਪਰਿਵਾਰ ਅਤੇ ਦੋਸਤਾਂ ਨੇ ਉਸ ਨੂੰ ਇੱਕ ਪਿਆਰਾ ਅਤੇ ਪਰਿਵਾਰ ਪ੍ਰਤੀ ਬਹੁਤ ਸਮਰਪਿਤ ਨੌਜਵਾਨ ਵਜੋਂ ਯਾਦ ਕੀਤਾ। ਮ੍ਰਿਤਕ ਦੀ ਬਜ਼ੁਰਗ ਦਾਦੀ ਆਪਣੇ ਘਰ ਵਿੱਚ ਬਹੁਤ ਦੁਖੀ ਹਨ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਜਾਣਕਾਰੀ ਵਾਲੇ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕਰ ਰਹੀ ਹੈ। ਭਾਰਤ ਦੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਮੀਦ ਜਤਾਈ ਹੈ ਕਿ ਦੋਵੇਂ ਦੇਸ਼ ਆਪਣੇ ਆਪਸੀ ਸਬੰਧਾਂ 'ਚ ਤਣਾਅ ਨੂੰ ਦੂਰ ਕਰ ਲੈਣਗੇ। ਟਰੰਪ ਨੇ 에ਅਰਫੋਰਸ 1 ਤੇ ਸਵਾਰ ਪੱਤਰਕਾਰਾਂ ਨੂੰ ਕਿਹਾ, ਪਾਕਿਸਤਾਨ ਅਤੇ ਭਾਰਤ ਵਿਚਾਲੇ ਕਾਫੀ ਤਣਾਅ ਹੈ, ਪਰ ਦੋਵੇਂ ਦੇਸ਼ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਦਾ ਹੱਲ ਕੱਢ ਲੈਣਗੇ। ਸੋ ਟਰੰਪ ਨੇ ਕਿਹਾ ਉਹ ਦੋਵੇਂ ਦੇਸ਼ਾਂ ਦੇ ਨੇਤਾਵਾਂ ਨੂੰ ਜਾਣਦੇ ਹਨ। ਟਰੰਪ ਨੂੰ ਇਹ ਪੁੱਛੇ ਜਾਣ ਤੇ ਕੋਈ ਜਵਾਬ ਨਹੀਂ ਦਿੱਤਾ ਕਿ ਉਹ ਉਸ ਨਾਲ ਸੰਪਰਕ ਕਰਨਗੇ। ਇਸ ਦੌਰਾਨ ਪ੍ਰੇਟਰ ਮੁਤਾਬਕ ਇਸਲਾਮਾਬਾਦ ਵਿੱਚ ਪਾਕਿਸਤਾਨ ਨੇ ਲਗਾਤਾਰ ਦੂਜੇ ਦਿਨ ਵਿਦੇਸ਼ੀ ਡਿਪਲੋਮੈਟਾਂ ਨੂੰ ਭਾਰਤ ਨਾਲ ਵਧਦੇ ਤਣਾਅ ਬਾਰੇ ਜਾਣਕਾਰੀ ਦਿੱਤੀ। ਵਿਦੇਸ਼ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ, ਵਿਦੇਸ਼ ਸਕੱਤਰ ਆਮਨਾ ਬਲੋਚ ਨੇ ਇਸਲਾਮਾਬਾਦ ਵਿੱਚ ਮਿਸ਼ਨਾਂ ਦੇ ਮੁਖੀਆਂ ਅਤੇ ਡਿਪਲੋਮੈਟਸ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਬਲੋਚ ਨੇ ਡਿਪਲੋਮੈਟਾਂ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਪੈਦਾ ਹੋਈ ਸਥਿਤੀ ਤੋਂ ਜਾਣੂ ਕਰਵਾਇਆ ਸੀ। ਪਿਛਲੇ 5 ਸਾਲਾਂ ਵਿੱਚ ਸਾਊਦੀ ਅਰਬ ਦੀ ਯਾਤਰਾ ਦੌਰਾਨ 12,000 ਤੋਂ ਵੱਧ ਅਫਗਾਨ ਨਾਗਰਿਕਾਂ ਨੂੰ ਨਕਲੀ ਪਾਕਿਸਤਾਨੀ ਪਾਸਪੋਰਟਾਂ ਨਾਲ ਫੜਿਆ ਗਿਆ। ਪਾਕਿਸਤਾਨ ਦੀ ਅੰਦਰੂਨੀ ਮਾਮਲਿਆਂ ਬਾਰੇ ਸਥਾਈ ਕਮੇਟੀ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਇਹ ਜਾਣਕਾਰੀ ਸਾਹਮਣੇ ਆਉਣ ਦੇ ਨਾਲ ਅਫਗਾਨ ਨਾਗਰਿਕਾਂ ਦੇ ਨਕਲੀ ਪਾਕਿਸਤਾਨੀ ਪਾਸਪੋਰਟ ਪ੍ਰਾਪਤ ਕਰਨ ਅਤੇ ਉਹਨਾਂ ਦੀ ਵਰਤੋਂ ਸੰਯੁਕਤ ਅਰਬ ਅਮੀਰਾਤ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਯਾਤਰਾ ਕਰਨ ਦੇ ਹਜ਼ਾਰਾਂ ਹੋਰ ਮਾਮਲਿਆਂ ਤੇ ਗੰਭੀਰ ਚਿੰਤਾਵਾਂ ਪੈਦਾ ਹੋਈਆਂ ਹਨ। ਇਹ ਖੁਲਾਸਾ ਅੰਦਰੂਨੀ ਮਾਮਲਿਆਂ ਬਾਰੇ ਸੈਨੇਟ ਦੀ ਸਥਾਈ ਕਮੇਟੀ ਦੀ ਇੱਕ ਮੀਟਿੰਗ ਦੌਰਾਨ ਕੀਤਾ ਗਿਆ। ਡਾਇਰੈਕਟਰ ਜਨਰਲ ਪਾਸਪੋਰਟ ਮੁਸਤਫਾ ਜਮਾਲ ਕਾਜ਼ੀ ਨੇ ਦੱਸਿਆ, ਘੱਟੋ-ਘੱਟ 12,000 ਲੋਕ ਜਾਲੀ ਪਾਕਿਸਤਾਨੀ ਪਾਸਪੋਰਟਾਂ ਤੇ ਸਾਊਦੀ ਅਰਬ ਪਹੁੰਚੇ। ਉਹਨਾਂ ਵਿੱਚੋਂ 3,000 ਕੋਲ ਫੋਟੋ ਸਵੈਪ ਕੀਤੇ ਪਾਸਪੋਰਟ ਸਨ, ਜਦਕਿ 6,000 ਪਾਸਪੋਰਟ ਰਾਸ਼ਟਰੀ ਡਾਟਾਬੇਸ ਅਤੇ ਰਜਿਸਟ੍ਰੇਸ਼ਨ ਅਥਾਰਟੀ ਦੇ ਡਾਟਾ ਦੇ ਨਾਲ ਛੇੜਛਾੜ ਕਰਕੇ ਜਾਰੀ ਕੀਤੇ ਗਏ ਸਨ। ਉਹਨਾਂ ਨੇ ਅੱਗੇ ਕਿਹਾ, ਇਨ੍ਹਾਂ ਜਾਲੀ ਦਸਤਾਵੇਜ਼ਾਂ ਦੇ ਯਾਤਰਾ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੂੰ ਅਫਗਾਨਿਸਤਾਨ ਭੇਜ ਦਿੱਤਾ ਗਿਆ ਸੀ। ਉਹਨਾਂ ਵਿੱਚੋਂ ਕੋਈ ਵੀ ਹੁਣ ਪਾਕਿਸਤਾਨ ਵਿੱਚ ਨਹੀਂ ਹੈ। ਕਾਜ਼ੀ ਨੇ ਇਹ ਵੀ ਖੁਲਾਸਾ ਕੀਤਾ ਕਿ NADRA ਦੇ ਅਧਿਕਾਰੀਆਂ ਅਤੇ ਪਾਸਪੋਰਟ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਹੈ, ਜਿਨ੍ਹਾਂ ਵਿੱਚ ਘੱਟੋ-ਘੱਟ 35 ਸਹਾਇਕ ਡਾਇਰੈਕਟਰ ਸ਼ਾਮਲ ਸਨ। ਵਿਦੇਸ਼ ਯਾਤਰਾ ਲਈ ਜਾਲੀ ਪਛਾਣ ਅਤੇ ਪਾਸਪੋਰਟ ਬਣਾਉਣ ਵਾਲੇ ਅਫਗਾਨ ਨਾਗਰਿਕਾਂ ਦਾ ਮੁੱਦਾ ਸਾਲਾਂ ਤੋਂ ਇੱਕ ਗੰਭੀਰ ਚੁਣੌਤੀ ਰਿਹਾ ਹੈ। ਭਰੋਸੇਯੋਗ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਇੱਕ ਕਾਰਨ ਹੈ ਕਿ ਸਾਊਦੀ ਅਰਬ ਅਤੇ UAE ਵਰਗੇ ਦੇਸ਼ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿਅਕਤੀਆਂ ਲਈ ਵੀਜ਼ਾ ਰੱਦ ਕਰ ਰਹੇ ਹਨ। ਦੁਬਈ ਵਿੱਚ ਇੱਕ ਪਾਕਿਸਤਾਨੀ ਅਧਿਕਾਰੀ ਨੇ ਕਿਹਾ, ਇਹ ਇੱਕ ਸੱਚਾਈ ਹੈ ਕਿ UAE ਵਿੱਚ ਅਜੇ ਵੀ ਹਜ਼ਾਰਾਂ ਅਫਗਾਨੀ ਹਨ ਜਿਨ੍ਹਾਂ ਦੇ ਕੋਲ ਜਾਲੀ ਪਾਕਿਸਤਾਨੀ ਪਛਾਣ ਅਤੇ ਪਾਸਪੋਰਟ ਹਨ। UAE ਸਰਕਾਰ ਉਹਨਾਂ ਤੇ ਕਾਰਵਾਈ ਕਰ ਰਹੀ ਹੈ ਅਤੇ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਅਤੇ ਦੇਸ਼ ਨਿਕਾਲਾ ਦੇ ਚੁੱਕੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਬੂਲ ਕੀਤਾ ਹੈ ਕਿ ਉਹਨਾਂ ਦਾ ਮੁਲਕ ਅਮਰੀਕਾ ਤੇ ਹੋਰਨਾਂ ਪੱਛਮੀ ਮੁਲਕਾਂ ਦੇ ਕਹਿਣ ਤੇ ਪਿਛਲੇ 30 ਸਾਲਾਂ ਤੋਂ ਅੱਤਵਾਦੀਆਂ ਨੂੰ ਸਿਖਲਾਈ ਦਾ ਗੰਦਾ ਕੰਮ ਕਰਦਾ ਆਇਆ ਹੈ। ਇਸ ਤੋਂ ਇਲਾਵਾ UK ਦੇ ਵਿੱਚ ਹੋਈ ਇੰਟਰਵਿਊ ਦੌਰਾਨ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਕਿ ਪਾਕਿਸਤਾਨ ਅੱਤਵਾਦੀ ਜਥੇਬੰਦੀਆਂ ਦੀਆਂ ਸਰਗਰਮੀਆਂ ਵਾਸਤੇ ਜ਼ਿੰਮੇਵਾਰ ਹੈ ਤਾਂ ਉਹਨਾਂ ਨੇ ਕਿਹਾ, ਕੌਮਾਂਤਰੀ ਤਾਕਤਾਂ ਨੇ ਆਪਣੇ ਹਿੱਤਾਂ ਵਾਸਤੇ ਹਮੇਸ਼ਾ ਪਾਕਿਸਤਾਨ ਨੂੰ ਵਰਤਿਆ ਹੈ। ਖਵਾਜਾ ਆਸਿਫ ਨੇ ਇਹ ਵੀ ਮੰਨਿਆ ਕਿ ਅੱਤਵਾਦੀਆਂ ਦੀ ਹਮਾਇਤ ਕਰਦਿਆਂ ਜਾਂ ਉਹਨਾਂ ਨੂੰ ਟ੍ਰੇਨਿੰਗ ਦਿੰਦਿਆਂ ਵੱਡੀ ਗਲਤੀ ਕੀਤੀ ਅਤੇ ਇਸ ਦੀ ਸਜ਼ਾ ਭੁਗਤ ਰਹੇ ਹਾਂ। ਉਹਨਾਂ ਨੇ ਅੱਗੇ ਕਿਹਾ ਕਿ ਜੇ ਪਾਕਿਸਤਾਨ ਸੋਵੀਅਤ ਯੂਨੀਅਨ ਵਿਰੁੱਧ ਜੰਗ ਵਿੱਚ ਸ਼ਾਮਲ ਨਾ ਹੁੰਦਾ ਤਾਂ ਮੁਲਕ ਦਾ ਰਿਕਾਰਡ ਬੇਦਾਗ ਹੁੰਦਾ। ਪਹਿਲਗਾਮ ਮਾਮਲੇ ਬਾਰੇ ਖਵਾਜਾ ਆਸਿਫ ਨੇ ਕਿਹਾ ਕਿ ਦੋਹਾਂ ਮੁਲਕਾਂ ਦਰਮਿਆਨ ਸ਼ੁਰੂ ਹੋਇਆ ਵਿਵਾਦ ਜੰਗ ਦਾ ਰੂਪ ਅਖਤਿਆਰ ਕਰ ਸਕਦਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਭਾਰਤ ਜੋ ਵੀ ਕਰੇਗਾ ਪਾਕਿਸਤਾਨ ਉਸ ਦਾ ਜਵਾਬ ਦੇਵੇਗਾ। ਜੇ ਚੀਜ਼ਾਂ ਗਲਤ ਹੋਈਆਂ ਤਾਂ ਇਸ ਟਕਰਾਅ ਦਾ ਅਸਰ ਖਤਰਨਾਕ ਹੋ ਸਕਦਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਕਹਿਣਾ ਸੀ ਕਿ ਦੁਨੀਆ ਨੂੰ ਚਿੰਤਿਤ ਹੋਣਾ ਚਾਹੀਦਾ ਹੈ ਕਿਉਂਕਿ ਦੋਹਾਂ ਮੁਲਕਾਂ ਕੋਲ ਪਰਮਾਣੂ ਹਥਿਆਰ ਮੌਜੂਦ ਹਨ। ਉਹਨਾਂ ਨੂੰ ਉਮੀਦ ਜ਼ਾਹਰ ਕੀਤੀ ਹੈ ਕਿ ਦੋਵੇਂ ਮੁਲਕ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਵਿੱਚ ਸਫਲ ਹੋਣਗੇ। ਪਹਿਲਗਾਮ ਵਿਖੇ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੀ ਜਥੇਬੰਦੀ ਦਾ ਰੈਜ਼ੀਡੈਂਸ ਫਰੰਟ ਬਾਰੇ ਪੁੱਛੇ ਜਾਣ ਤੇ ਖਵਾਜਾ ਆਸਿਫ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਕਦੇ ਵੀ ਇਹ ਨਾਂ ਨਹੀਂ ਸੁਣਿਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜਾਂ ਚੇਤੇ ਕਰਵਾਇਆ ਗਿਆ ਕਿ TRF ਲਸ਼ਕਰ-ਏ-ਤੋਇਬਾ ਦਾ ਹਿੱਸਾ ਹੈ ਤਾਂ ਉਹਨਾਂ ਨੇ ਕਿਹਾ ਕਿ ਲਸ਼ਕਰ ਦੀ
ਹੁਣ ਹੋਂਦ ਹੀ ਬਾਕੀ ਨਹੀਂ ਬਚੀ ਹੈ। ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਪਹਿਲਗਾਮ ਹਮਲੇ ਤੇ ਅੱਤਵਾਦੀਆਂ ਨੂੰ ਆਜ਼ਾਦੀ ਘੁਲਾਟੀਆ ਕਰਾਰ ਦਿੱਤਾ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ, ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਇਹ ਫਰੀडम ਫਾਈਟਰਸ ਵੀ ਹੋ ਸਕਦੇ ਹਨ। ਹਾਲਾਂਕਿ ਅਸੀਂ ਨਹੀਂ ਜਾਣਦੇ ਕਿ ਉਹ ਕੌਣ ਸਨ। ਸੰਭਾਵਤ ਤੌਰ ਤੇ ਆਪਣੀ ਨਾਕਾਮੀ ਅਤੇ ਘਰੇਲੂ ਸਿਆਸਤ ਲਈ ਪਾਕਿਸਤਾਨ ਵਿਰੁੱਧ ਇਲਜ਼ਾਮ ਲੱਗ ਰਹੇ ਹਨ। ਇੱਥੇ ਦੱਸਣਾ ਬਣਦਾ ਕਿ ਇਸਹਾਕ ਡਾਰ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਵੀ ਹਨ। ਉਹਨਾਂ ਨੇ ਸਵਾਲੀਆ ਲਹਿਜੇ ਵਿੱਚ ਕਿਹਾ ਕਿ ਜੇ ਪਹਿਲਗਾਮ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦਾ ਕੋਈ ਸਬੂਤ ਹੈ ਤਾਂ ਇਹ ਦੁਨੀਆ ਸਾਹਮਣੇ ਪੇਸ਼ ਕੀਤਾ ਜਾਵੇ। ਡਾਰ ਦਾ ਕਹਿਣਾ ਸੀ ਕਿ ਹਾਲਾਤ ਦੇ ਮੱਦੇਨਜ਼ਰ ਉਹਨਾਂ ਨੇ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਦੌਰੇ ਰੱਦ ਕਰ ਦਿੱਤੇ ਤਾਂ ਕਿ ਕੂਟਨੀਤਿਕ ਹੁੰਗਾਰਾ ਤਿਆਰ ਕੀਤਾ ਜਾ ਸਕੇ। ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕਰਦਿਆਂ ਸੈਕਸ਼ੂਅਲ ਅਸਾਲਟ ਦੇ ਦੋਸ਼ ਆਇਦ ਕੀਤੇ ਗਏ। ਯੋਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਵੌਨ ਮਿਲਸ ਸ਼ਾਪਿੰਗ ਮਾਲ ਵਿੱਚ ਵਾਪਰੀ ਕਥਿਤ ਘਟਨਾ ਦੀ ਪੜਤਾਲ ਦੌਰਾਨ ਸ਼ੱਕੀ ਦੀ ਪਛਾਣ ਟੋਰਾਂਟੋ ਦੇ 28 ਸਾਲ ਦੇ ਜੈਰਤਨ ਸਿੰਘ ਵਜੋਂ ਕੀਤੀ ਗਈ ਹੈ। ਪੁਲਿਸ ਮੁਤਾਬਕ ਇਹ ਘਟਨਾ 11 ਅਪ੍ਰੈਲ ਨੂੰ ਵਾਪਰੀ, ਪਰ ਪੀੜਿਤ 3 ਦਿਨ ਬਾਅਦ ਸਾਹਮਣੇ ਆਈ ਅਤੇ ਜਾਂਚਕਰਤਾਵਾਂ ਨੇ ਕਾਰਵਾਈ ਆਰੰਭ ਦਿੱਤੀ। ਪੀੜਿਤ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਮੁਤਾਬਕ ਸ਼ੱਕੀ ਉਸ ਕੋਲ ਆਇਆ ਅਤੇ ਗੈਰ ਵਾਜਬ ਤਰੀਕੇ ਨਾਲ ਛੁਇਆ। ਇਸ ਮਗਰੋਂ ਸ਼ੱਕੀ ਨੇ ਸ਼ਾਪਿੰਗ ਕਰਵਾਉਣ ਦੀ ਪੇਸ਼ਕਸ਼ ਕੀਤੀ, ਪਰ ਨਾਲ ਹੀ ਇੱਕ ਸ਼ਰਤ ਵੀ ਰੱਖ ਦਿੱਤੀ। ਜੈਰਤਨ ਸਿੰਘ ਵਿਰੁੱਧ ਸੈਕਸ਼ੂਅਲ ਅਸਾਲਟ ਸਣੇ ਕਈ ਦੋਸ਼ ਆਇਦ ਕੀਤੇ ਗਏ, ਜਿਨ੍ਹਾਂ ਨੂੰ ਅਦਾਲਤ ਵਿੱਚ ਸਾਬਤ ਨਹੀਂ ਕੀਤਾ ਗਿਆ। ਯਾਰਕ ਰੀਜਨਲ ਪੁਲਿਸ ਨੇ ਕਿਹਾ ਕਿ ਜੈਰਤਨ ਸਿੰਘ ਦੀ ਤਸਵੀਰ ਜਨਤਕ ਕਰਨ ਦਾ ਫੈਸਲਾ ਲਿਆ ਗਿਆ ਕਿਉਂਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਅਤੇ ਗਵਾਹਾਂ ਨੂੰ ਵੀ ਅੱਗੇ ਆਉਣ ਵਿੱਚ ਮਦਦ ਮਿਲੇਗੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਸਪੈਸ਼ਲ ਵਿਕਟਿਮਸ ਯੂਨਿਟ ਨਾਲ ਸੰਪਰਕ ਕੀਤਾ ਜਾਵੇ। ਓਨਟਾਰੀਓ ਦੀ ਪੀਲ ਪੁਲਿਸ ਨੇ 2.5 ਸਾਲ ਪਹਿਲਾਂ ਮਿਸੀਸਾਗਾ ਦੇ ਗੈਸ ਸਟੇਸ਼ਨ ਤੇ ਕੰਮ ਕਰਦੀ ਪਤਨੀ ਦਾ ਕਤਲ ਕਰਕੇ ਭੱਜਣ ਵਾਲੇ ਵਿਅਕਤੀ ਦਾ ਥੂ ਪਤਾ ਦੱਸਣ ਤੇ 3 ਜੂਨ ਤੱਕ ਉਸ ਨੂੰ ਫੜਾਉਣ ਬਦਲੇ $50,000 ਦੇਣ ਦਾ ਐਲਾਨ ਕੀਤਾ ਹੈ, ਯਾਨੀ ਕਿ 30 ਲੱਖ ਰੁਪਏ। ਧਰਮ ਤਾਲੀਵਾਲ ਨਾਂ ਦੇ ਲੋੜੀਂਦੇ ਵਿਅਕਤੀ ਦੀ ਫੋਟੋ ਜਾਰੀ ਕਰਦਿਆਂ ਉਸ ਦਾ ਕੱਦ 5 ਫੁੱਟ 7 ਇੰਚ ਅਤੇ ਭਾਰ 76 ਕਿਲੋ ਦੱਸਿਆ ਗਿਆ। ਸ਼ੱਕੀ ਦੋਸ਼ੀ ਦੇ 2 ਰਿਸ਼ਤੇਦਾਰ ਅਮਰਜੀਤ ਤਾਲੀਵਾਲ ਅਤੇ ਪ੍ਰਿਤਪਾਲ ਤਾਲੀਵਾਲ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਸਹਿਯੋਗ ਕਰਨ ਅਤੇ ਦੋਸ਼ੀ ਨੂੰ ਪਨਾਹ ਦੇਣ ਦੇ ਜੁਰਮ ਵਿੱਚ ਕਾਫੀ ਦੇਰ ਤੋਂ ਅਦਾਲਤ ਵਿੱਚ ਪੇਸ਼ੀਆਂ ਭੁਗਤ ਰਹੇ ਹਨ। ਜੁਰਮ ਕਰਨ ਵੇਲੇ ਦੋਸ਼ੀ ਵੀ ਘਰੇਲੂ ਹਿੰਸਾ ਦੇ ਕਈ ਮਾਮਲਿਆਂ ਵਿੱਚ ਜ਼ਮਾਨਤ ਤੇ ਸੀ। ਘਟਨਾ 3 ਦਸੰਬਰ 2022 ਦੀ ਹੈ, ਜਦੋਂ ਪਵਨਪ੍ਰੀਤ ਕੌਰ ਮਿਸੀਸਾਗਾ ਦੀ ਬ੍ਰਿਟਾਨੀਆ ਰੋਡ ਅਤੇ ਕ੍ਰੈਡਿਟ ਵਿਊ ਰੋਡ ਤੇ ਚੌਂਕ ਨੇੜੇ ਪੈਟਰੋ ਕੈਨੇਡਾ ਦੇ ਗੈਸ ਸਟੇਸ਼ਨ ਤੇ ਰਾਤ ਦੀ ਡਿਊਟੀ ਕਰ ਰਹੀ ਸੀ। ਪੁਲਿਸ ਕੋਲ ਮੌਜੂਦ ਸੀਸੀਟੀਵੀ ਫੁਟੇਜ ਮੁਤਾਬਕ ਦੋਸ਼ੀ ਨੇ ਕਾਰ ਪਾਰਕ ਕੀਤੀ ਤੇ ਬੰਦੂਕ ਲੈ ਕੇ ਅੰਦਰ ਗਿਆ ਤੇ 21 ਸਾਲ ਦੀ ਪਵਨਪ੍ਰੀਤ ਕੌਰ ਨੂੰ ਕਈ ਗੋਲੀਆਂ ਮਾਰਨ ਤੋਂ ਬਾਅਦ ਫਰਾਰ ਹੋ ਗਿਆ। ਪਤਨੀ ਨੂੰ ਮਾਰਨ ਤੋਂ ਪਹਿਲਾਂ ਦੋਸ਼ੀ ਨੇ ਆਪਣੀ ਖੁਦਕੁਸ਼ੀ ਦੀ ਮਨਘੜਤ ਕਹਾਣੀ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ, ਜੋ ਮਗਰੋਂ ਝੂਠੀ ਸਾਬਤ ਹੋਈ, ਜਿਸ ਕਾਰਨ ਉਸ ਤੇ ਪਹਿਲਾਂ ਕਤਲ ਦਰਜਾ ਹੋ ਗਿਆ, ਯਾਨੀ ਕਿ ਉਸ ਤੋਂ ਪਹਿਲਾਂ ਜੋ ਕਤਲ ਦਾ ਸਾਜ਼ਿਸ਼ ਤਹਿਤ ਮਾਰਨ ਦਾ ਦੋਸ਼ ਸੀ ਉਹ ਦਰਜ ਹੋ ਗਿਆ। ਸੋ ਗੋਲੀਬਾਰੀ ਤੋਂ ਬਾਅਦ ਦੋਸ਼ੀ ਨੂੰ ਤੇਜ਼ੀ ਨਾਲ ਭੱਜਦੇ ਵੇਖ ਕੇ ਇੱਕ ਪੁਲਿਸ ਅਫਸਰ ਨੂੰ ਕੁਝ ਸ਼ੱਕ ਹੋਇਆ ਤਾਂ ਉਸਨੇ ਦੋਸ਼ੀ ਦਾ ਪਿੱਛਾ ਕਰਨ ਦੀ ਬਜਾਏ ਸਟੋਰ ਦੇ ਅੰਦਰ ਜਾ ਕੇ ਪੀੜਿਤ ਨੂੰ ਤੜਪਦੀ ਵੇਖਿਆ ਤਾਂ ਹੰਗਾਮੀ ਮਦਦ ਸੱਦ ਕੇ ਹਸਪਤਾਲ ਪਹੁੰਚਾਇਆ। ਹਾਲਾਂਕਿ ਪਵਨਪ੍ਰੀਤ ਕੌਰ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਗਈ। ਜਾਂਚ ਦੌਰਾਨ ਪੁਲਿਸ ਨੇ ਦੋਸ਼ੀ ਵਿਰੁੱਧ ਠੋਸ ਸਬੂਤ ਇਕੱਤਰ ਕਰ ਲਏ, ਪਰ ਹੁਣ ਤੱਕ ਉਸ ਦੀ ਭਾਲ ਨਾ ਹੋ ਸਕੀ। ਸੁਣਨ ਨੂੰ ਅਜੀਬ ਲੱਗਦਾ ਹੈ, ਪਰ ਇੱਕ ਬਰਤਾਨਵੀ ਨਾਗਰਿਕ ਨੇ 22 ਲੱਖ ਰੁਪਏ ਵਿੱਚ ਆਪਣੀ ਹੀ ਚੋਰੀ ਹੋਈ ਕਾਰ ਖਰੀਦ ਲਈ। ਵੈਸਟ ਮਿਡਲੈਂਡਸ ਦੇ ਸੋਲੀਹੁਲ ਦੇ ਰਹਿਣ ਵਾਲੇ 36 ਸਾਲ ਦੇ ਸੌਫਟਵੇਅਰ ਇੰਜੀਨੀਅਰ ਇਵਾਨ ਵੈਲੈਂਟਾਈਨ ਦੀ ਕਾਲੀ ਹੋਂਡਾ ਸਵਿਫਟ ਕਾਰ ਇਸ ਸਾਲ ਫਰਵਰੀ ਵਿੱਚ ਉਸਦੇ ਡਰਾਈਵ ਵੇਵ ਤੋਂ ਚੋਰੀ ਹੋ ਗਈ ਸੀ। ਉਸਨੇ ਚੋਰੀ ਦੀ ਰਿਪੋਰਟ ਕੀਤੀ, ਪਰ ਪੁਲਿਸ ਨੇ ਉਸ ਨੂੰ ਦੱਸਿਆ ਕਿ ਕਾਰ ਲੱਭਣ ਦੀ ਸੰਭਾਵਨਾ ਬਹੁਤ ਘੱਟ ਹੈ। ਮਗਰੋਂ ਉਸਦੀ ਬੀਮਾ ਕੰਪਨੀ ਨੇ ਉਸ ਨੂੰ ਚੋਰੀ ਹੋਈ ਕਾਰ ਲਈ ਪੈਸੇ ਦਿੱਤੇ ਅਤੇ ਉਸਨੇ ਇਨ੍ਹਾਂ 20,000 ਪਾਉਂਡ ਵਿੱਚ ਇੱਕ ਹੋਰ ਕਾਲੀ ਹੋਂਡਾ ਸਵਿਫਟ ਖਰੀਦ ਲਈ। ਕਾਰ ਖਰੀਦਣ ਤੋਂ ਬਾਅਦ ਉਸਨੇ ਕੁਝ ਅਜੀਬ ਚੀਜ਼ਾਂ ਨੋਟ ਕੀਤੀਆਂ। ਇਸ ਤੋਂ ਇਲਾਵਾ ਰਿਪੋਰਟ ਦੇ ਮੁਤਾਬਕ ਕਾਰ ਵਿੱਚ ਉਸਦੀ ਪੁਰਾਣੀ ਕਾਰ ਵਾਂਗ ਹੀ ਛੋਟੇ-ਛੋਟੇ ਵੇਰਵੇ ਸਨ, ਜਿਵੇਂ ਕਿ ਇੱਕ ਟੈਂਟ ਪੈਗ, ਪਾਈਨ ਸੂਈਆਂ ਅਤੇ ਚਾਕਲੇਟ ਬਾਰ ਰੈਪਰ ਜੋ ਸਾਫ਼ ਨਹੀਂ ਕੀਤੇ ਗਏ ਸਨ। ਭਾਵੇਂ ਕਾਰ ਉੱਤੇ ਇੱਕ ਨਵੀਂ ਨੰਬਰ ਪਲੇਟ ਸੀ ਅਤੇ ਘੱਟ ਮੀਲ ਦਿਖਾਏ ਗਏ ਸਨ, ਪਰ ਇਵਾਨ ਨੂੰ ਸ਼ੱਕ ਹੋਇਆ। ਜਦੋਂ ਉਸਨੇ ਕਾਰ ਦੇ ਬਿਲਟ ਇਨ GPS ਦੀ ਜਾਂਚ ਕੀਤੀ ਤਾਂ ਉਸ ਨੂੰ ਇਸ ਵਿੱਚ ਆਪਣੇ ਘਰ ਅਤੇ ਮਾਪਿਆਂ ਦੇ ਪਤੇ ਸਟੋਰ ਮਿਲੇ। ਉਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਗਲਤੀ ਨਾਲ ਆਪਣੀ ਚੋਰੀ ਹੋਈ ਕਾਰ ਵਾਪਸ ਖਰੀਦ ਲਈ ਹੈ। ਪਹਿਲਾਂ ਤਾਂ ਉਸ ਨੂੰ ਮਾਣ ਮਹਿਸੂਸ ਹੋਇਆ ਜਿਵੇਂ ਉਸਨੇ ਕੁਝ ਜਿੱਤ ਲਿਆ ਹੋਵੇ, ਪਰ ਫਿਰ ਉਸ ਨੂੰ ਅਹਿਸਾਸ ਹੋਇਆ ਕਿ ਇਹ ਚੰਗਾ ਸੌਦਾ ਨਹੀਂ ਸੀ। ਕੈਥੋਲਿਕ ਚਰਚ ਦੇ ਸਰਵਉੱਚ ਧਾਰਮਿਕ ਆਗੂ ਪੋਪ ਫ੍ਰਾਂਸਿਸ ਦੇ ਦੇਹਾਂਤ ਤੇ ਦੁਨੀਆ ਸੋਗ ਮਨਾ ਰਹੀ ਹੈ।
ਪੋਪ ਦਾ ਅੰਤਿਮ ਸੰਸਕਾਰ 26 ਅਪ੍ਰੈਲ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਵੈਟੀਕਨ ਸਿਟੀ ਦੇ ਸੈਂਟ ਪੀਟਰਸ ਸਕੁਅਰ ਵਿਖੇ ਹੋਵੇਗਾ। ਇਸ ਅੰਤਿਮ ਸੰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਦੁਨੀਆ ਭਰ ਦੇ ਰਾਸ਼ਟਰਪਤੀ ਵੈਟੀਕਨ ਪਹੁੰਚੇ ਹਨ। ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪੋਪ ਫ੍ਰਾਂਸਿਸ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੇ ਲਈ ਵੈਟੀਕਨ ਸਿਟੀ ਵਿੱਚ ਹਨ। ਉਧਰ ਹੀ ਸਰਕਾਰੀ ਸੋਗ ਦੇ ਪ੍ਰਤੀਕ ਵਜੋਂ ਭਾਰਤੀ ਝੰਡਾ ਚੁੱਕਿਆ ਰਹੇਗਾ। ਵੈਟੀਕਨ ਅਨੁਸਾਰ 130 ਵਿਦੇਸ਼ੀ ਵਫਦ ਪੋਪ ਫ੍ਰਾਂਸਿਸ ਦੇ ਅੰਤਿਮ ਸੰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਨ੍ਹਾਂ ਵਿੱਚ 10 ਰਾਜਮੁਖੀ ਅਤੇ 10 ਰਾਜੇ ਸ਼ਾਮਲ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਨ, ਬ੍ਰਿਟੇਨ ਦੇ ਪ੍ਰਿੰਸ ਵਿਲੀਅਮ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਸ, ਇਸ ਤੋਂ ਇਲਾਵਾ ਕਈ ਹੋਰ ਵਿਸ਼ਵ ਨੇਤਾ ਅਤੇ ਪਤਵੰਤੇ ਮੌਜੂਦ ਰਹਿਣਗੇ। ਪਹਿਲਗਾਮ ਹਮਲੇ ਤੋਂ ਬਾਅਦ ਹਰ ਭਾਰਤੀ ਦੇ ਦਿਲ ਵਿੱਚ ਗੁੱਸਾ ਹੈ ਅਤੇ ਦੁਨੀਆ ਭਰ ਵਿੱਚ ਰਹਿੰਦੇ ਭਾਰਤੀ ਇਸ ਦਾ ਵਿਰੋਧ ਕਰ ਰਹੇ ਹਨ। ਪਰ ਇਹ ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਪਾਕਿਸਤਾਨ ਨੂੰ ਕੋਈ ਸ਼ਰਮ ਨਹੀਂ ਹੈ। 26 ਲੋਕਾਂ ਦੀ ਮੌਤ ਪਾਕਿਸਤਾਨੀ ਅਧਿਕਾਰੀਆਂ ਨੂੰ ਮਜ਼ਾਕ ਜਾਪਦੀ ਹੈ। ਲੰਡਨ ਸਥਿਤ ਪਾਕਿਸਤਾਨੀ ਦੂਤਕਾਰ ਤੋਂ ਇੱਕ ਅਜਿਹਾ ਹੀ ਸ਼ਰਮਨਾਕ ਕਾਰਾ ਸਾਹਮਣੇ ਆਇਆ, ਜਿੱਥੇ ਪਾਕਿਸਤਾਨੀ ਰਾਜਦੂਤ ਵੱਲੋਂ ਪਹਿਲਗਾਮ ਹਮਲੇ ਦਾ ਸ਼ਾਂਤੀਪੂਰਨ ਵਿਰੋਧ ਕਰ ਰਹੇ ਇੱਕ ਭਾਰਤੀ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਲੰਡਨ ਵਿੱਚ ਪਾਕਿਸਤਾਨੀ ਫੌਜ ਦੇ ਰੱਖਿਆ ਅਧਿਕਾਰੀ ਨੇ ਜਨਤਕ ਤੌਰ ਤੇ ਭਾਰਤੀ ਪ੍ਰਦਰਸ਼ਨਕਾਰੀਆਂ ਵੱਲ ਇਸ਼ਾਰਾ ਕਰਦੇ ਹੋਏ ਉਹਨਾਂ ਦਾ ਗਲਾ ਵੱਢਣ ਦਾ ਇਸ਼ਾਰਾ ਕੀਤਾ। ਇਹ ਇਸ਼ਾਰਾ ਕਰਨ ਵਾਲਾ ਅਧਿਕਾਰੀ ਕਰਨਲ ਤੈਮੂਰ ਰਾਹਤ ਹੈ, ਜੋ ਕਿ ਯੂਕੇ ਵਿੱਚ ਪਾਕਿਸਤਾਨ ਮਿਸ਼ਨ ਵਿੱਚ ਪਾਕਿਸਤਾਨੀ ਫੌਜ, ਹਵਾਈ ਅਤੇ ਫੌਜੀ ਅਧਿਕਾਰੀ ਹੈ। ਇਸ ਕਾਰਵਾਈ ਤੋਂ ਬਾਅਦ ਲੱਗਦਾ ਹੈ ਕਿ ਪਾਕਿਸਤਾਨੀ ਅੱਤਵਾਦੀਆਂ ਅਤੇ ਅਧਿਕਾਰੀਆਂ ਵਿੱਚ ਕੋਈ ਫਰਕ ਨਹੀਂ ਰਿਹਾ। ਦਰਅਸਲ ਲੰਡਨ ਵਿੱਚ ਰਹਿਣ ਵਾਲੇ ਭਾਰਤੀ ਪਹਿਲਗਾਮ ਵਿੱਚ ਹੋਏ ਹਮਲੇ ਖਿਲਾਫ ਪਾਕਿਸਤਾਨੀ ਦੂਤਕਾਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ। ਲੰਡਨ ਵਿੱਚ ਇੱਕ ਭਾਰਤੀ ਵਿਦਿਆਰਥੀ ਤੇਜਸ ਭਾਰਦਵਾਜ ਨੇ ਪਾਕਿਸਤਾਨ ਫੌਜ ਦੇ ਕਾਇਰ ਕਰਨਲ ਵੱਲੋਂ ਭਾਰਤੀਆਂ ਦੇ ਗਲੇ ਵੱਢਣ ਦੇ ਇਸ਼ਾਰੇ ਦੀ ਪੂਰੀ ਘਟਨਾ ਦਾ ਵਰਣਨ ਕਰਦੇ ਹੋਏ ਕਿਹਾ, ਕਰਨਲ ਵਿਰੋਧ ਪ੍ਰਦਰਸ਼ਨ ਦੌਰਾਨ ਬਾਲਕੋਨੀ ਵਿੱਚ ਆਇਆ ਅਤੇ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਪ੍ਰਵਾਸੀ ਭਾਰਤੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ। ਪਰ ਭਾਰਤੀਆਂ ਨੇ ਆਪਣਾ ਸ਼ਾਂਤੀਪੂਰਨ ਵਿਰੋਧ ਜਾਰੀ ਰੱਖਿਆ। ਇਸ ਦੌਰਾਨ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਲੰਡਨ ਦੀਆਂ ਕਈ ਸੜਕਾਂ ਤੇ ਪਹਿਲਗਾਮ ਹਮਲੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਥਾਈਲੈਂਡ ਦੇ ਇੱਕ ਬੀਚ ਕਸਬੇ ਨੇੜੇ ਛੋਟਾ ਪੁਲਿਸ ਜਹਾਜ਼ ਸਮੁੰਦਰ ਵਿੱਚ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ 6 ਵਿਅਕਤੀਆਂ ਦੀ ਮੌਤ ਹੋ ਗਈ। ਰੋਇਲ ਥਾਈ ਪੁਲਿਸ ਦੇ ਬੁਲਾਰੇ ਅਰਚਨ ਯੋਨ ਨੇ ਕਿਹਾ ਕਿ ਜਹਾਜ਼ ਸਵੇਰੇ 8 ਵਜੇ ਦੇ ਕਰੀਬ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਹੁਆ ਹਿਨ ਜ਼ਿਲ੍ਹੇ ਵਿੱਚ ਪੈਰਾਸ਼ੂਟ ਸਿਖਲਾਈ ਦੀ ਤਿਆਰੀ ਲਈ ਇੱਕ ਟੈਸਟ ਉਡਾਨ ਭਰ ਰਿਹਾ ਸੀ। ਅਧਿਕਾਰੀਆਂ ਨੇ ਤੁਰੰਤ ਪ੍ਰੋਪੇਲਰ ਜਹਾਜ਼ ਦਾ ਮਾਡਲ ਸਾਂਝਾ ਨਹੀਂ ਕੀਤਾ, ਪਰ ਘਟਨਾ ਸਥਾਨ ਤੋਂ ਫੋਟੋਆਂ ਵਿੱਚ ਇੱਕ ਵਾਈਕਿੰਗ DHC-6 ਟਵਿਨ ਓਟਰ ਦਿਖਾਇਆ ਦੇ ਰਿਹਾ ਹੈ। ਪ੍ਰਾਚੁਆਬ ਕਿਰੀ ਖਾਨ ਪ੍ਰਾਂਤ ਦੇ ਜਨਸੰਪਰਕ ਵਿਭਾਗ ਨੇ ਕਿਹਾ ਕਿ ਜਹਾਜ਼ ਹੁਆ ਹਿਨ ਹਵਾਈ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਫੋਟੋਆਂ ਵਿੱਚ ਜਹਾਜ਼ ਨੂੰ ਕਿਨਾਰੇ ਤੋਂ ਲਗਭਗ 100 ਮੀਟਰ ਦੂਰ ਸਮੁੰਦਰ ਵਿੱਚ ਦਿਖਾਇਆ ਗਿਆ ਹੈ। ਜਹਾਜ਼ 2 ਹਿੱਸਿਆਂ ਵਿੱਚ ਟੁੱਟਿਆ ਹੋਇਆ ਦਿਖਾਈ ਦੇ ਰਿਹਾ ਸੀ। ਅਰਜਨ ਯੋਨ ਨੇ ਕਿਹਾ ਕਿ ਜਹਾਜ਼ ਵਿੱਚ 6 ਪੁਲਿਸ ਅਧਿਕਾਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 5 ਦੀ ਮੌਕੇ ਤੇ ਮੌਤ ਹੋ ਗਈ ਹੈ ਅਤੇ ਇੱਕ ਦੀ ਬਾਅਦ ਵਿੱਚ ਹਸਪਤਾਲ 'ਚ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਅਰਜਨ ਯੋਨ ਨੇ ਕਿਹਾ ਕਿ ਅਧਿਕਾਰੀ ਜਹਾਜ਼ ਦੇ ਬਲੈਕ ਬਾਕਸ ਤੋਂ ਡਾਟਾ ਸਬੂਤ ਇਕੱਠੇ ਕਰ ਰਹੇ ਸਨ। ਰੂਸ ਦੀ ਰਾਜਧਾਨੀ ਮਾਸਕੋ ਵਿੱਚ ਇੱਕ ਵਾਰ ਫਿਰ ਧਮਾਕਾ ਹੋਇਆ। ਇਸ ਧਮਾਕੇ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੀਨੀਅਰ ਜਨਰਲ ਦੀ ਮੌਤ ਹੋਣ ਦੀ ਖਬਰ ਹੈ। 59 ਸਾਲਾਂ ਦੇ ਰੂਸੀ ਲੈਫਟੀਨੈਂਟ ਜਨਰਲ ਯਾਰੋਸਲਾਵ ਦੀ ਕਾਰ ਵਿੱਚ ਧਮਾਕਾ ਹੋਣ ਕਾਰਨ ਕਾਰ ਹਵਾ ਵਿੱਚ ਕਈ ਮੀਟਰ ਉੱਡ ਗਈ। ਧਮਾਕੇ ਤੋਂ ਬਾਅਦ ਮੌਕੇ ਤੇ IED ਦੀ ਵਰਤੋਂ ਦੇ ਸਬੂਤ ਮਿਲੇ ਹਨ। ਰੂਸੀ ਐਮਰਜੈਂਸੀ ਸੇਵਾਵਾਂ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਵਿਸਫੋਟਕਾਂ ਵਿੱਚੋਂ 300 ਗ੍ਰਾਮ ਤੋਂ ਵੱਧ TNT ਦੇ ਬਰਾਬਰ ਸ਼ਕਤੀ ਸੀ। ਸੋ ਧਮਾਕੇ ਵਿੱਚ 2 ਲੋਕ ਗੰਭੀਰ ਜ਼ਖਮੀ ਵੀ ਹੋਏ ਹਨ। ਰੂਸੀ ਮੀਡੀਆ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਨੇ ਕਈ ਹੋਰ ਧਮਾਕਿਆਂ ਦੀ ਆਵਾਜ਼ ਵੀ ਸੁਣੀ ਹੈ। ਮੋਸਕਾਲਿਕ ਆਰਮਡ ਫੋਰਸਿਸ ਦੇ ਜਨਰਲ ਸਟਾਫ ਦੇ ਮੁੱਖ ਸੰਚਾਲਨ ਡਾਇਰੈਕਟਰ ਤੇ ਡਿਪਟੀ ਚੀਫ ਸਨ। ਇਹ ਅਜੇ ਸਪਸ਼ਟ ਨਹੀਂ ਹੈ ਕਿ ਧਮਾਕਾ ਕਿਸਨੇ ਕੀਤਾ। ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਨੇੜਲੀਆਂ ਇਮਾਰਤਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ। ਇਹ ਘਾਤਕ ਹਮਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਦੇ ਪੁਤਿਨ ਨਾਲ ਮੁਲਾਕਾਤ ਕਰਨ ਤੋਂ ਕੁਝ ਦਿਨ ਬਾਅਦ ਹੋਇਆ। ਵਿਟਕੋਫ ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਰੂਸ ਨਾਲ ਦੂਜੇ ਦੌਰ ਦੀ ਗੱਲਬਾਤ ਲਈ ਮਾਸਕੋ ਵਿੱਚ ਸਨ। ਅਮਰੀਕਾ ਵਿੱਚ ਲਗਾਤਾਰ ਘਟਦੀ ਜਨਮ ਦਰ ਨੂੰ ਲੈ ਕੇ ਡੋਨਾਲਡ ਟਰੰਪ ਦੀਆਂ ਚਿੰਤਾਵਾਂ ਵੱਧਦੀਆਂ ਜਾ ਰਹੀਆਂ ਹਨ। ਇਸ ਦੇਸ਼ ਨੂੰ ਸੁਪਰ ਪਾਵਰ ਕਿਹਾ ਜਾਂਦਾ ਹੈ, ਉੱਥੇ ਘਟਦੀ ਪ੍ਰਜਨਨ ਦਰ ਦੀ ਇੱਕ ਗੰਭੀਰ ਮੁੱਦਾ ਬਣ ਗਈ ਹੈ। ਰਿਪੋਰਟ ਅਨੁਸਾਰ ਟਰੰਪ ਆਪਣੇ ਸਲਾਹਕਾਰਾਂ ਨਾਲ ਔਰਤਾਂ ਨੂੰ ਵਿਆਹ ਕਰਵਾਉਣ ਲਈ ਉਤਸ਼ਾਹਿਤ ਕਰਨ ਦੇ ਉਪਾਵਾਂ ਤੇ ਚਰਚਾ ਕਰ ਰਹੇ ਹਨ। ਇੰਨਾ ਹੀ ਨਹੀਂ, ਉਸਦੇ ਕਰੀਬੀ ਸਾਥੀ ਅਮਰੀਕੀਆਂ ਨੂੰ ਹੋਰ ਬੱਚੇ ਪੈਦਾ ਕਰਨ ਦੀ ਅਪੀਲ ਕਰ ਰਹੇ ਹਨ ਅਤੇ ਇਸ ਲਈ ਵਿੱਤੀ ਪ੍ਰੋਤਸਾਹਨ ਦੇਣ ਦੀ ਗੱਲ ਵੀ ਕਹੀ ਗਈ ਹੈ। ਸੋ ਅਮਰੀਕਾ ਤੋਂ ਇਲਾਵਾ ਦੁਨੀਆ ਦੇ ਹੋਰ ਬਹੁਤ ਸਾਰੇ ਐਸੇ ਦੇਸ਼ ਨੇ ਜੋ ਬੱਚੇ ਪੈਦਾ ਕਰਨ ਵਾਸਤੇ ਪੈਸੇ ਦਿੰਦੇ ਹਨ। ਜਨਮ ਦਰ ਵਧਾਉਣ ਬਾਰੇ ਵਾਈਟ ਹਾਊਸ ਤੋਂ ਕੁਝ ਦਿਲਚਸਪ ਸੁਝਾਅ ਆਏ ਹਨ। ਇਨ੍ਹਾਂ ਅਸਾਧਾਰਨ ਵਿਚਾਰਾਂ ਵਿੱਚੋਂ ਇੱਕ ਇਹ ਹੈ ਕਿ
ਫੁੱਲ ਬ੍ਰਾਈਟ ਸਕਾਲਰਸ਼ਿਪ ਦਾ 30% ਉਹਨਾਂ ਲੋਕਾਂ ਲਈ ਰਾਖਵਾਂ ਰੱਖਿਆ ਜਾਵੇਗਾ ਜੋ ਵਿਆਹੇ ਹੋਏ ਹਨ ਜਾਂ ਬੱਚੇ ਹਨ। ਇਸ ਤੋਂ ਇਲਾਵਾ ਹਰ ਨਵਜੰਮੇ ਬੱਚੇ ਦੀ ਮਾਂ ਨੂੰ $5000 ਦਾ ਬੇਬੀ ਬੋਨਸ ਦੇਣ ਦਾ ਵੀ ਪ੍ਰਸਤਾਵ ਦਿੱਤਾ ਗਿਆ ਹੈ। ਇਹ ਧਿਆਨ ਦੇਣ ਯੋਗ ਹੈ ਕਿ ਟਰੰਪ ਪਹਿਲਾਂ ਵੀ ਅਮਰੀਕਾ ਵਿੱਚ ਇੱਕ ਨਵੇਂ ਬੇਬੀ ਬੂਮ ਦਾ ਸੱਦਾ ਦੇ ਚੁੱਕੇ ਹਨ। ਅਮਰੀਕਾ ਤੋਂ ਇਲਾਵਾ ਕਈ ਹੋਰ ਦੇਸ਼ ਵੀ ਜਨਮ ਦਰ ਵਧਾਉਣ ਲਈ ਵਿੱਤੀ ਪ੍ਰੋਤਸਾਹਨ ਦਿੰਦੇ ਹਨ, ਜਿਵੇਂ ਚੀਨ ਵਿੱਚ ਜ਼ਿਆਦਾ ਬੱਚੇ ਪੈਦਾ ਕਰਨ ਤੇ ਬੱਚਿਆਂ ਦੀ ਦੇਖਭਾਲ ਲਈ ਸਬਸਿਡੀ ਮਿਲਦੀ ਹੈ। ਕਈ ਸ਼ਹਿਰਾਂ ਵਿੱਚ ਪਹਿਲੇ ਬੱਚੇ ਲਈ ਲਗਭਗ $13,800 ਯਾਨੀ ਕਿ 1 ਲੱਖ ਯੂਆਨ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਸਵਿਟਜ਼ਰਲੈਂਡ ਐਲਬੀਨੈਨ ਪਿੰਡ ਵਿੱਚ ਘਟਦੀ ਆਬਾਦੀ ਨੂੰ ਰੋਕਣ ਦੇ ਲਈ ਸਰਕਾਰ ਨਵੇਂ ਵਿਆਹੇ ਜੋੜਿਆਂ ਨੂੰ $50 ਲੱਖ ਤੋਂ ਵੱਧ ਅਤੇ ਹਰੇਕ ਬਾਲਗ ਮੈਂਬਰ ਨੂੰ $22 ਲੱਖ ਤੋਂ ਵੱਧ ਦੀ ਸਹਾਇਤਾ ਦਿੰਦੀ ਹੈ। ਇਸ ਤੋਂ ਇਲਾਵਾ ਹਰੇਕ ਬੱਚੇ ਦੇ ਲਈ ਲਗਭਗ $8 ਲੱਖ ਦਿੱਤੇ ਜਾਂਦੇ ਹਨ। ਦੈਨ ਆਂਦਾ ਜਰਮਨੀ ਵਿੱਚ ਵੀ ਮਾਪਿਆਂ ਨੂੰ ਹਰ ਪਹਿਲੇ ਜਾਂ ਦੂਜੇ ਬੱਚੇ ਲਈ €250 ਯਾਨੀ ਕਿ ਲਗਭਗ $23,572 ਪ੍ਰਤੀ ਮਹੀਨਾ ਮਿਲਦਾ ਹੈ। ਸੋ ਸਾਂਝੀ ਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।